ਕੋਟ ਪਰਾਦੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦੀ ਦਾਤ ਗੁਰੂ ਸਾਹਿਬ ਜੀ ਨੇ ਤਰਸ ਕਰਕੇ ਸਾਡੀ ਝੋਲੀ ਦੇ ਵਿੱਚ ਪਾਈ ਹੈ। ਸੋ ਆਓ ਇਸ ਦਾ ਆਪਾਂ ਲਾਹਾ ਖੱਟੀਏ ਜੀ। ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪ੍ਰਥਮ ਸਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਬਚਨ ਹੈ, ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਪਾਵਨ ਪਵਿੱਤਰ ਮੁੱਖ ਵਾਕ, ਜੋ ਕਿ ਰਾਗ ਧਨਾਸਰੀ ਦੇ ਵਿੱਚ 663 ਅੰਗ ਤੋਂ ਆਰੰਭ ਹੋ ਕਰ 664 ਅੰਗ ਤੇ ਸੰਪੂਰਨ ਹੋ ਜਾਂਦਾ ਹੈ। ਜੋ ਗੁਰੂ ਅਮਰਦਾਸ ਜੀ ਹਨ ਸਾਹਿਬ ਜੀ, ਉਹ ਇਸ ਸ਼ਬਦ ਦੇ ਅੰਦਰ ਦੌਲਤਮੰਦ ਲੋਕਾਂ ਦੀ ਗੱਲ ਕਰਦੇ ਆ। ਇੱਕ ਤਾਂ ਪੈਸੇ ਕਰਕੇ ਅਮੀਰੀ ਹੁੰਦੀ ਆ, ਇੱਕ ਉਹ ਵੀ ਹੁੰਦੀ ਆ ਅਮੀਰੀ ਜਿਹਨੂੰ ਕਹਿੰਦੇ ਆ ਦਿਲ ਦੀ ਅਮੀਰੀ। ਕਈਆਂ ਕੋਲ ਪੈਸਾ ਬਹੁਤ ਹੁੰਦਾ, ਪਰ ਉਹਨਾਂ ਦੇ ਦਿਲ ਦੀਆਂ ਜਿਹੜੀਆਂ ਜੇਬਾਂ ਹੁੰਦੀਆਂ ਨੇ, ਉਹ ਪਾਟੀਆਂ ਹੁੰਦੀਆਂ, ਖਾਲੀ ਵੀ ਹੁੰਦੀਆਂ। ਇੱਥੇ ਉਹਨਾਂ ਪਿਆਰਿਆਂ ਦੀ ਗੱਲ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੀਤੀ ਹੈ, ਜਿਨ੍ਹਾਂ ਦੇ ਦਿਲ ਦੀਆਂ ਜਿਹੜੀਆਂ ਜੇਬਾਂ ਨੇ ਉਹ ਭਰੀਆਂ ਹੋਈਆਂ ਹਨ। ਉਹ ਪਿਆਰੇ ਜਿਨ੍ਹਾਂ ਕੋਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਦੌਲਤ ਹੈ, ਉਹ ਵੀ ਧਨਵੰਤ ਨੇ, ਉਹ ਵੀ ਦੌਲਤਮੰਦ ਨੇ, ਉਹ ਵੀ ਅਮੀਰ ਨੇ, ਉਹੀ ਵੱਡੇ ਨੇ, ਉਹੀ ਉੱਚੇ ਨੇ ਤੇ ਉਹੀ ਸੁੱਚੇ ਨੇ। ਗੁਰੂ ਅਮਰਦਾਸ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਇਹਨੂੰ ਭਾਈ ਨੰਦ ਲਾਲ ਸਾਹਿਬ ਜੀ ਬਚਨ ਕਰਦੇ ਇਸ ਤਰ੍ਹਾਂ ਆਪਣੀ ਕਲਮ ਦੇ ਦੁਆਰਾ। ਕਹਿੰਦੇ ਨੇ ਕਿ ਰੱਬ ਦੇ ਜਿਹੜੇ ਫਕੀਰ ਨੇ, ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਆ, ਇਹੀ ਸਾਡੇ ਲਈ ਸਾਡੀਆਂ ਅੱਖਾਂ ਦਾ ਸੁਰਮਾ ਹੈ। ਰੱਬ ਦੇ ਪਿਆਰਿਆਂ ਦੇ ਬੋਲ ਹੀ ਸਾਡੇ ਲਈ ਖਜ਼ਾਨਾ, ਇਹੀ ਇੱਕ ਸਾਡੇ ਲਈ ਅਸਲ ਦੌਲਤ ਆ, ਅਸਲ ਸਰਮਾਇਆ। ਜਿਹੜੇ ਰੱਬ ਦੇ ਪਿਆਰੇ ਹਨ, ਉਹਨਾਂ ਦੇ ਚਰਨਾਂ ਦੀ ਧੂੜ ਸਾਡੀਆਂ ਅੱਖਾਂ ਦਾ ਸੁਰਮਾ ਹੈ। ਉਹਨਾਂ ਦੇ ਜਿਹੜੇ ਭਜਨ ਨੇ, ਉਹ ਸਾਡੀ ਦੌਲਤ ਆ, ਉਹ ਸਾਡਾ ਖਜ਼ਾਨਾ। ਭਾਈ ਨੰਦ ਲਾਲ ਜੀ ਦੇ ਬਚਨ ਕਲਮ ਮੇ ਗੋਇਆ ਕਿਤਾਬ ਦੇ ਅੰਦਰ
ਗੁਰੂ ਅਮਰਦਾਸ ਜੀ ਫਰਮਾਉਂਦੇ ਆ, ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪ ਦੇ। 4 ਪਦਿਆਂ ਵਾਲਾ ਇਹ ਸ਼ਬਦ ਆ ਦੂਜੇ ਘਰ ਵਿੱਚ ਗਾਉਣ ਲਈ ਆਖ ਰਹੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮੇਸ਼ਰ ਇੱਕ ਹੈ। ਖਿੰਡੇ ਹੋਏ ਮਨ ਨੂੰ ਇੱਕ ਨਾਲ ਜੋੜਨਾ, ਇਹੀ ਸਾਧ ਸੰਗਤ ਦੀ ਪ੍ਰਾਪਤੀ ਆ। ਓੰਕਾਰ ਉਹਦੀ ਧੁਨੀ ਹੈ, ਸਤਿਗੁਰ ਪ੍ਰਸਾਦ ਉਸ ਦੇ ਸਰੂਪ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਆ, ਗੁਰੂ ਦੀ ਮਿਹਰ ਦੁਆਰਾ ਹੁੰਦੀ ਆ, ਉਹਦੇ ਪ੍ਰਸਾਦ ਦੁਆਰਾ ਹੁੰਦੀ ਆ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇਹ ਜਿਹੜਾ ਧਨ ਆ ਨਾਮ ਵਾਲਾ, ਇਹ ਨਾ ਮੁੱਕਣ ਵਾਲਾ ਖਜ਼ਾਨਾ ਹੈ ਤੇ ਨਾ ਹੀ ਇਹਨੂੰ ਲੁੱਟਿਆ ਜਾ ਸਕਦਾ। ਕਦੇ ਨਾ ਮੁੱਕਣ ਵਾਲਾ ਇਹ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਤੇ ਉਹਦਾ ਸਿਮਰਨ। ਪਰ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਇਹ ਨਜ਼ਰ ਨਹੀਂ ਪੈਂਦਾ ਬੰਦੇ ਨੂੰ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਹਨ, ਜਦੋਂ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਪਿੰਡ ਆਏ, ਉਹਨਾਂ ਨੇ ਆ ਕੇ ਕਿਹਾ ਕਿ ਤੁਹਾਡੇ ਪੁੱਤਰ ਨੇ 760 ਰੁਪਈਏ ਜੋੜੇ ਸੀ। ਉਹ ਜੋ ਲਾਭ ਵਿੱਚ ਦਿਖੇ ਸੀ, ਜਦੋਂ ਹਿਸਾਬ ਕਿਤਾਬ ਹੋਇਆ 760 ਰੁਪਈਏ, ਪਰ ਉਹ ਅੱਧੇ ਫਕੀਰਾਂ 'ਚ ਵੰਡ ਦਿੱਤੇ ਗਏ ਆ ਤੇ ਅੱਧੇ ਤੁਹਾਡੀ ਜਿਹੜੀ ਨੂੰਹ ਹੈ ਉਹਨਾਂ ਦੇ ਮਾਤਾ ਜੀ ਜਿਹੜੇ ਆ ਤੁਹਾਡੇ ਸੰਬੰਧੀ ਚੰਦੋ ਰਾਣੀ ਤੇ ਮੂਲ ਚੰਦ, ਉਹ ਆ ਕੇ ਅੱਧੇ ਪੈਸੇ ਰੌਲਾ ਪਾ ਕੇ ਲੈ ਗਏ ਨੇ। ਇਸ ਤਰ੍ਹਾਂ ਇਹ ਹੋ ਚੁੱਕਾ ਸਭ ਕੁਝ। ਉਸ ਵਕਤ ਪਿਤਾ ਜੀ ਕਲਿਆਣ ਚੰਦ ਜੀ ਨੂੰ ਲੱਗਾ ਕਿ 760 ਰੁਪਈਏ ਬਹੁਤ ਜ਼ਿਆਦਾ ਸੀ, ਕਿ ਮੇਰਾ ਘਰ-ਬਾਰ ਲੁੱਟਿਆ ਗਿਆ, ਸਾਰੀ ਕਮਾਈ ਗੁਰੂ ਨਾਨਕ ਦੀ ਇਹਨਾਂ ਲੁਟਾ ਦਿੱਤੀ ਆ। ਤਿੰਨਾਂ ਨੇ ਮਿਲ ਕੇ ਤੇ ਸ਼ਬਦ ਆਖੇ, ਤੁਸੀਂ ਤਿੰਨੋਂ ਹੀ ਇੱਕੋ ਜਿਹੇ ਨਿਕਲੇ ਹੋ। ਬਾਲੇ ਨੂੰ ਵੀ ਆਖਿਆ, ਭਾਈ ਮਰਦਾਨਾ ਜੀ ਨੂੰ ਵੀ ਆਖਿਆ ਕਿ ਤੁਸੀਂ ਉਹ ਬੇਵਕੂਫ ਬੱਚੇ ਹੋ ਜਿਹੜੇ ਮੇਰੇ ਪੁੱਤਰ ਨੂੰ, ਜਿਹੜਾ ਨਲਾਇਕ ਆ, ਉਹਨੂੰ ਅਵਤਾਰ ਦੱਸਦੇ ਹੋ, ਉਹਨੂੰ ਫਕੀਰ ਕਹਿੰਦੇ ਹੋ। ਦਰਅਸਲ ਉਹਨੂੰ ਕੋਈ ਵੀ ਕੰਮ ਨਹੀਂ ਆਉਂਦਾ, ਇਹ ਕਹਿ ਕੇ ਉਹ ਰੋ ਪੈਂਦੇ ਆ। ਹੁਣ ਇੱਥੇ ਉਹਨਾਂ ਨੂੰ ਨਜ਼ਰ ਨਹੀਂ ਆ ਰਹੇ ਗੁਰੂ ਸਾਹਿਬ ਜੀ ਦੇ ਜਿਹੜੇ ਪੈਗਾਮ ਆ, ਬੋਲ ਆ, ਜਿਹੜੇ ਕੀਮਤੀ ਆ, ਉਹ ਕਿਉਂ ਨਹੀਂ ਆ ਰਹੇ ਹੈਗੇ। ਇੱਥੇ ਉਹਦਾ ਜਵਾਬ ਆ ਗੁਰੂ ਅਮਰਦਾਸ ਜੀ ਨੇ ਅੱਜ ਦੇ ਬਚਨਾਂ ਅੰਦਰ ਦਿੱਤਾ। ਪੂਰੇ ਸਤਿਗੁਰ ਦੀਆ ਦਿਖਾਏ। ਦੋ ਗੱਲਾਂ ਹਨ, ਹੁਣ ਇਹਨੂੰ ਸਮਝੋ। ਜਿਹੜੀ ਮੱਤ ਹੁੰਦੀ ਆ ਉਹ ਗੁਰੂ ਨੇ ਦੇਣੀ ਹੁੰਦੀ ਆ। ਜਿਹੜੀ ਮੱਤ ਆ, ਜਿਹੜੀ ਅਕਲ ਆ, ਜਿਹੜੀ ਸੁਮੱਤ ਆ, ਉਹ ਗੁਰੂ ਦੇ ਹੱਥ 'ਚ ਆ। ਗੁਰੂ ਅੱਗੇ ਆਪਾਂ ਅਰਦਾਸ ਕਰਦੇ ਹਾਂ, ਮੈਨੂੰ ਸਮੱਤ ਦੇਈ ਮਾਲਕਾ, ਸ਼ਬਦ ਵਰਤਦੇ ਹਾਂ ਅਰਦਾਸ 'ਚ, ਮੱਤ ਸੁਮੱਤ। ਤੇ ਇਸ ਤਰ੍ਹਾਂ ਜਿਹਨੂੰ ਉਹਨੇ ਮੱਤ ਦੇਣੀ ਆ ਉਹ ਦੇਣੀ ਆ, ਜੇ ਨਹੀਂ ਦੇਣੀ ਤੇ ਨਹੀਂ ਦੇਣੀ। ਉਹਦੇ ਕੋਲ ਆ, ਉਹ ਨਹੀਂ ਦੇ ਰਿਹਾ। ਸਿੱਧੇ ਸ਼ਬਦਾਂ ਵਿੱਚ ਇਹ ਅਰਥ ਆ, ਜਿਸ ਨੂੰ ਗੁਰੂ ਦੀ ਮੱਤ ਮਿਲ ਜਾਂਦੀ ਆ ਉਹਨੂੰ ਇਹ ਗੱਲ ਸਮਝ ਆਉਂਦੀ ਆ ਕਿ ਬਾਣੀ ਵੀ ਖਜ਼ਾਨਾ। ਇਦੋਂ ਬਿਨਾਂ ਕਹੇ ਸੁਣੇ ਪੜ੍ਹੇ ਦੀ ਗੱਲ ਨਹੀਂ। ਪੂਰੇ ਸਤਿਗੁਰ ਦੀਆ ਦਿਖਾਏ। ਜਿਹਨੂੰ ਗੁਰੂ ਸਾਹਿਬ ਜੀ ਦਿਖਾ ਦਿੰਦੇ ਆ ਇਹ ਗੱਲ, ਜਣਾ ਦਿੰਦੇ ਆ ਇਹ ਗੱਲ ਕਿ ਬਾਣੀ ਵੀ ਖਜ਼ਾਨਾ, ਉਹਨੂੰ ਦੀਂਦੀ ਆ ਇਹ ਚੀਜ਼। ਅਦਰਵਾਈਜ਼ ਦੂਜੇ ਬੰਦੇ ਨੂੰ ਨਹੀਂ। ਮੱਤ ਉਹਦੇ ਹੱਥ 'ਚ ਆ, ਸਮੱਤ ਉਹਦੇ ਹੱਥ 'ਚ ਆ,
ਦੇਣੀ ਕਿਹਨੂੰ ਆ ਇਹ ਉਹਦੀ ਮਰਜ਼ੀ ਆ। ਜਿਹਨੂੰ ਨਹੀਂ ਦੇਣੀ ਉਹ ਨਹੀਂ ਦੇ ਰਿਹਾ। ਆ ਸਭ ਕੁਝ ਉਹਦਾ ਹੋ ਰਿਹਾ। ਇੱਥੇ ਮੂਰਖ ਵੀ ਉਹਦੇ ਹੀ ਆ, ਸਿਆਣੇ ਵੀ ਉਹਦੇ ਹੀ ਆ। ਪੂਰੇ ਸਤਿਗੁਰ ਦੀਆ ਦਿਖਾਏ, ਇਹ ਧਨ ਅਖੁੱਟ ਨਾਨਕ ਖੁੱਟੈ ਨਾ ਜਾਏ। ਬਾਣੀ ਕਦੇ ਨਾ ਮੁੱਕਣ ਵਾਲਾ ਖਜ਼ਾਨਾ ਹੈ। ਆਪਣੇ ਸਤਿਗੁਰ ਕੋ ਸਦ ਬਲ ਜਾਈ। ਮੈਂ ਹੁਣ ਆਪਣੇ ਗੁਰੂ ਤੋਂ ਸਦਕੇ ਜਾਨਾ ਹਾਂ, ਵਾਰਿਆ ਵਾਰਿਆ ਜਾਨਾ ਹਾਂ। ਗੁਰ ਕਿਰਪਾ ਤੇ ਹਰ ਮਨ ਵਸਾਈ। ਗੁਰੂ ਦੀ ਕਿਰਪਾ ਦੁਆਰਾ ਉਹਨੂੰ ਮਨ 'ਚ ਵਸਾਉਣ ਦਾ ਮੈਂ ਹੁਣ ਯਤਨ ਕਰਦਾ, ਕਿਉਂਕਿ ਹੁਣ ਮੈਨੂੰ ਇਹਦੀ ਕੀਮਤ ਦਾ ਅਹਿਸਾਸ ਹੋ ਗਿਆ। ਜਦੋਂ ਤੁਹਾਨੂੰ ਕੌਡੀਆਂ ਦਾ ਮੁੱਲ ਪਤਾ ਲੱਗਦਾ ਕਿ ਕੁਝ ਵੀ ਨਹੀਂ, ਇਹ ਹੀਰਿਆਂ ਦਾ ਮੁੱਲ ਪਤਾ ਲੱਗਦਾ। ਇੱਕ ਹੱਥ 'ਚ ਕੌਡੀ ਹੈ, ਇੱਕ ਹੱਥ 'ਚ ਹੀਰਾ। ਹੁਣ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿ ਤੂੰ ਕੌਡੀ ਸੈੱਟ ਦੇ ਤੇ ਹੀਰਾ ਰੱਖ ਲਾ। ਸਮਝ ਬਹੁਤ ਵੱਡੀ ਚੀਜ਼ ਹੁੰਦੀ ਹੈ। ਇਹ ਸਮਝ ਨਾ ਹੋਵੇ, ਲਾਈਟ ਦੀ ਜਗ੍ਹਾ ਆਪਾਂ ਪੱਖਾ ਛੱਡ ਦਿੰਦੇ, ਪੱਖੇ ਦੀ ਜਗ੍ਹਾ ਲਾਈਟ ਜਗਾ ਦਿੰਦੇ, ਬਲਬ ਜਗਾ ਦਿੰਦੇ, ਸੁੱਚਾਂ ਨੱਪੀ ਜਾਂਦੇ। ਹੋਰ ਸਮਝ ਬਹੁਤ ਵੱਡੀ ਚੀਜ਼ ਆ। ਅਤੇ ਸਮਝ ਦੇਣ ਵਾਲਾ ਮਾਲਕ ਆ। ਦੇਣੀ ਉਹਨੇ ਆ ਸਮਝ, ਜਿਹਨੂੰ ਨਹੀਂ ਦੇਣੀ ਉਹ ਵੀ ਉਹਨੇ ਨਹੀਂ ਦੇਣੀ। ਇਸ ਕਰਕੇ ਗੁਰੂ ਸਾਹਿਬ ਜੀ ਜੋ ਕਹਿ ਰਹੇ ਆ ਉਹ ਇਹ ਗੱਲ ਹੈ ਕਿ ਗੁਰੂ ਨੇ ਮੈਨੂੰ ਦਿਖਾ ਦਿੱਤਾ। ਹੁਣ ਬਾਣੀ ਮੈਨੂੰ ਅਮੋਲਕ ਲੱਗਦੀ ਆ। ਪੂਰੇ ਸਤਿਗੁਰ ਦੀਆ ਦਿਖਾਏ। ਜਦੋਂ ਗੁਰੂ ਨੇ ਦਿਖਾਇਆ, ਇਹ ਗੱਲ ਜਣਾਈ, ਉਦੋਂ ਹੀ ਮੈਂ ਸਮਝੀ। ਪਹਿਲਾਂ ਬਾਣੀ ਸੀ, ਗੁਟਕਾ ਸਾਹਿਬ ਸੀ, ਗੁਰੂਦੁਆਰੇ ਵੀ ਮੈਂ ਆਉਂਦਾ ਸੀ, ਪਰ ਉਦੋਂ ਕੀਮਤ ਦਾ ਨਹੀਂ ਸੀ ਪਤਾ। ਕੀਮਤ ਦਾ ਪਤਾ ਉਦੋਂ ਲੱਗਾ ਜਦੋਂ ਗੁਰੂ ਨੇ ਚੀਜ਼ਾਂ ਦਿਖਾਈਆਂ। ਇਹ ਚੀਜ਼ਾਂ ਧੱਕੇ ਨਾਲ ਨਹੀਂ ਹੋ ਸਕਦੀਆਂ ਕਦੇ ਵੀ। ਜਿਵੇਂ ਆਪਾਂ ਕਹਿੰਦੇ ਕੋਈ ਧੱਕੇ ਦੇ ਨਾਲ ਕੋਈ ਜੁੜ ਜੇ ਇੱਧਰ, ਤੁਸੀਂ ਕਿਸੇ ਨੂੰ ਜੋੜ ਨਹੀਂ ਸਕਦੇ। ਤੁਹਾਡੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਤੁਸੀਂ ਕਿਸੇ ਬੱਚੇ ਨੂੰ ਬਾਣੀ ਨਾਲ ਜੋੜ ਦਿਓ। ਤੁਹਾਡੇ ਵਿੱਚ ਖੁਦ 'ਚ ਇੰਨੀ ਸ਼ਕਤੀ ਨਹੀਂ ਕਿ ਤੁਸੀਂ ਖੁਦ ਬਾਣੀ ਨਾਲ ਜੁੜ ਜਾਓ। ਇਹ ਉਹਦੀ ਰਹਿਮਤ ਆ। ਗੁਰੂ ਅਮਰਦਾਸ ਜੀ ਦੇ ਬਚਨ ਆ, ਕਹਿੰਦੇ ਆਪਣਾ ਲਾਇਆ ਪਿਰਮ ਨਾ ਲੱਗਈ, ਜੈ ਭਾਵੈ ਤੈ ਦੇ। ਇਹ ਪਿਰਮ ਪਿਆਲਾ ਖਸਮ ਕਾ। ਸ਼ੇਖ ਫਰੀਦ ਜੀ ਨੂੰ ਕਹਿੰਦੇ ਆ ਗੁਰੂ ਅਮਰਦਾਸ ਜੀ। ਉਹਨਾਂ ਦਾ ਜਿਹੜਾ ਸਲੋਕ ਆ ਉਹਨੂੰ ਖੋਲ੍ਹਦੇ ਅੱਗੇ ਜਾ ਕੇ। ਜਦੋਂ ਸ਼ੇਖ ਫਰੀਦ ਜੀ ਦਾ ਇੱਕ ਬਚਨ ਆਉਂਦਾ ਬਾਣੀ ਵਿੱਚ, ਉਹ ਕਹਿੰਦੇ ਨੇ ਕਿ ਫਰੀਦਾ ਦਰਵੇਸ਼ੀ ਗਾਖੜੀ। ਦਰਵੇਸ਼ੀ ਬਹੁਤ ਔਖੀ ਆ, ਦਰਵੇਸ਼ ਹੋਣਾ ਬਹੁਤ ਔਖਾ। ਚੋਪੜੀ ਪ੍ਰੀਤ ਇਕਨ ਕਿੰਨੇ ਚਾਲੀਐ ਦਰਵੇਸ਼ਾਂ ਵੀ ਰੀਤ। ਫਰੀਦਾ ਕਿਜ ਨਾ ਬੁੱਝੈ ਕਿਜ ਨਾ ਸੁਝੈ। ਮੈਨੂੰ ਕੋਈ ਗੱਲ ਬੁੱਝਦੀ ਨਹੀਂ, ਕੋਈ ਗੱਲ ਸੁਝਦੀ ਨਹੀਂ। ਦੁਨੀਆ ਗੁੱਝੀ ਪਾਹੇ। ਦੁਨੀਆ ਦੇਖਣ ਨੂੰ ਗੁਲਜ਼ਾਰ ਆ ਸ਼ੇਖ ਫਰੀਦ ਜੀ। ਦੁਨੀਆ ਦੇਖਣ ਨੂੰ ਬਹੁਤ ਸੋਹਣੀ ਆ, ਪਰ ਅੰਦਰ ਇਹਨਾਂ ਦੇ ਮੋਹ ਦੀ ਅੱਗ ਆ। ਦੁਨੀਆ ਗੁੱਝੀ ਪਾਹੇ। ਦੁਨੀਆ ਗੁੱਝੀ ਪਾਹੇ। ਗੁੱਝੀ ਚੀਜ਼ ਕਹਿੰਦੇ ਆ, ਹੋ ਰਹੀ ਆ ਪਰ ਪਤਾ ਨਹੀਂ ਲੱਗ ਰਿਹਾ। ਗੁੱਝੀਆਂ ਸੱਟਾਂ, ਗੁੱਝੀਆਂ ਰਮਜਾਂ, ਗੁੱਝੀਆਂ ਗੱਲਾਂ, ਸਾਰੀਆਂ ਚੀਜ਼ਾਂ। ਤਾਂ ਮੋਹ ਦੀ ਅੱਗ ਗੁੱਝੀ ਆ, ਇਹਦੇ ਵਿੱਚ ਸਾਰੇ ਸੜ ਰਹੇ ਆ। ਸਾਈਂ ਮੇਰਾ ਚੰਗਾ ਕੀਤਾ, ਨਾ ਹੀ ਤਾਂ ਹੰਪੀ ਦੰਝਾਂ ਆਏ। ਮੇਰੇ ਵਿੱਚ ਕੋਈ ਸ਼ਕਤੀ ਨਹੀਂ ਸੀ ਕਿ ਇਹ ਜਿਹੜੀ ਪੰਡ ਆ ਮੋਹ ਦੀ, ਦੁਨੀਆ ਵਾਲੀ, ਵੀ ਮੈਂ ਆਪਦੇ ਸਿਰ ਤੋਂ ਲਾਹ ਦਿੰਦਾ, ਉਤਾਰ ਦਿੰਦਾ। ਇਹ ਗੁਰੂ ਸਾਹਿਬ ਨੇ ਚੰਗਾ ਕੀਤਾ। ਸਾਈਂ ਮੇਰਾ ਚੰਗਾ ਕੀਤਾ, ਨਾ ਹੀ ਤਾਂ ਹੰਪੀ ਦੰਝਾਂ ਆਏ। ਨਹੀਂ ਤਾਂ ਮੈਂ ਵੀ ਲੋਕਾਂ ਵਾਂਗ ਹੋਣਾ ਸੀ। ਉਹ ਕਹਿ ਰਹੇ ਆ ਫਰੀਦ ਜੀ, ਨਹੀਂ, ਉਹਨਾਂ ਦੀ ਬਾਣੀ ਦਰਜ ਨਹੀਂ ਸੀ ਹੋਣੀ। ਉਹਨਾਂ ਦੇ ਬੋਲਾਂ ਨੂੰ ਆਪਾਂ ਮੱਥਾ ਨਹੀਂ ਸੀ ਟੇਕਣਾ। ਉਹਨਾਂ ਦੇ ਬੋਲਾਂ ਨੂੰ ਸ਼ੱਕਰ ਦੀ ਬੋਰੀ ਨਹੀਂ ਸੀ ਕਹਿਣਾ। ਇਹ ਸਾਈਂ ਦੀ ਕਿਰਪਾ ਨਾ ਹੁੰਦੀ ਤਾਂ ਸਾਈਂ ਸ਼ਬਦ ਵਰਤਦੇ ਰੱਬ ਲਈ। ਉਹ ਸਾਈਂ ਮੇਰਾ ਚੰਗਾ ਕੀਤਾ, ਨਾ ਹੀ ਤਾਂ ਹੰਪੀ
ਦੰਝਾਂ ਇਹ। ਮੇਰੇ ਸਾਈਂ ਨੇ ਮੇਰੇ ਲਈ ਚੰਗਾ ਕੀਤਾ, ਜਿਹੜੀ ਪੰਡ ਮੇਰੇ ਸਿਰ 'ਤੇ ਚੁੱਕੀ ਸੀ ਉਹ ਮੈਂ ਹੁਣ ਉਤਾਰ ਦਿੱਤੀ ਆ, ਜਿਹੜੀ ਮੋਹ ਦੀ ਪੰਡ ਸੀ, ਅਤੇ ਹੁਣ ਮੈਂ ਦਰਵੇਸ਼ ਹੋ ਗਿਆ। ਸ਼ੇਖ ਫਰੀਦ ਜੀ ਦਰਵੇਸ਼ ਹੋ ਗਏ। ਇਸ ਤਰ੍ਹਾਂ ਕਹਿਣ ਦਾ ਭਾਵ ਇਹ ਹੈ ਸੰਗਤ ਜੀ ਕਿ ਜੋ ਗੱਲਾਂ ਹੁੰਦੀਆਂ ਨੇ ਆਸ-ਪਾਸ, ਬਹੁਤੀਆਂ ਚੀਜ਼ਾਂ ਐਸੀਆਂ ਨੇ ਉਹਨਾਂ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ। ਅੱਜ ਤੱਕ ਕੋਈ ਰਾਤੇ ਰਾਤ ਸਿਆਣਾ ਨਹੀਂ ਬਣਿਆ, ਅੱਜ ਤੱਕ ਕੋਈ ਰਾਤੇ ਰਾਤ ਵਿਦਵਾਨ ਨਹੀਂ ਬਣਿਆ। ਇਨਸਾਨ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ, ਪਰ ਜਦੋਂ ਗੁਰੂ ਜੀ ਚਾਨਣ ਕਰਾ ਦਿੰਦੇ ਆ ਤਾਂ ਉਹ ਬੰਦਾ ਰਾਤੇ ਰਾਤ ਸਿਆਣਾ ਵੀ ਹੋ ਸਕਦਾ, ਉਹ ਇਨਸਾਨ ਫਿਰ ਵਿਦਵਾਨ ਵੀ ਹੋ ਸਕਦਾ ਇੱਕ ਪਲ ਦੇ ਵਿੱਚ। ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਕੋਈ ਵੀ ਚੀਜ਼ ਤੁਸੀਂ ਗੁਰੂ ਅਮਰਦਾਸ ਜੀ ਭਗਤ ਫਰੀਦ ਜੀ ਨੂੰ ਕਹਿ ਰਹੇ ਆ, ਇਹ ਧੱਕੇ ਦੇ ਨਾਲ ਨਹੀਂ ਜੁੜ ਸਕਦੇ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ। ਇਹ ਜਿਹੜਾ ਅੰਮ੍ਰਿਤ ਦਾ ਵਾਟਾ ਹੈ ਉਹ ਬਾਣੀ ਦੇ ਰਸ ਨੂੰ ਕਹਿ ਰਹੇ ਆ। ਬਾਣੀ ਪੜ੍ਹਦਿਆਂ ਰਸ ਆਉਣਾ, ਇਹ ਜਿਹੜਾ ਰਸ ਆ ਇਹ ਬਾਟਾ ਗੁਰੂ ਦੇ ਹੱਥ 'ਚ ਆ। ਜੈ ਭਾਵੇ ਤੈ ਦੇ, ਇਹ ਜਿਹੜੀ ਮੱਤ ਆ ਉਹਦੇ ਹੱਥ 'ਚ ਆ ਗੁਰੂ ਦੇ ਸਮੱਤ। ਜਿਹਨੂੰ ਚਾਹੂਗਾ ਉਹਨੂੰ ਦੇਊਗਾ, ਜਿਹਨੂੰ ਨਹੀਂ ਦੇਊਗਾ ਉਹਨੂੰ ਨਹੀਂ ਮਿਲੂਗੀ, ਜਿਹਨੂੰ ਦੇਵੇਗਾ ਉਹਨੂੰ ਮਿਲੂਗੀ। ਤਾਂ ਸਭ ਕੁਝ ਉਹਦੇ ਹੁਕਮ ਅੰਦਰ ਆ। ਕਈਆਂ ਨੂੰ ਮੱਤ ਦੇ ਰਿਹਾ, ਕਈਆਂ ਨੂੰ ਨਹੀਂ ਦੇ ਰਿਹਾ। ਜਿਨ੍ਹਾਂ ਨੂੰ ਨਹੀਂ ਦੇ ਰਿਹਾ ਉਹਨਾਂ ਨੂੰ ਵੀ ਉਹ ਨਹੀਂ ਦੇ ਰਿਹਾ, ਉਹਦੀ ਮਰਜ਼ੀ ਆ। ਜਿਨ੍ਹਾਂ ਨੂੰ ਦੇ ਰਿਹਾ ਉਹ ਦੇ ਰਿਹਾ, ਉਹਦੀ ਕਿਰਪਾ ਹੈ। ਤਾਂ ਸਿੱਧੇ ਤੌਰ 'ਤੇ ਸਭ ਕੁਝ ਉਹਦੇ ਹੱਥ 'ਚ ਆ। ਕਈ ਵਾਰ ਅਸੀਂ ਜਬਰੀ ਕੰਮ ਕਰਨਾ ਚਾਹੁੰਦੇ ਹਾਂ ਹਉਮੈ ਵਿੱਚ ਆ ਕੇ। ਇੱਕ ਕਹਾਣੀ ਮੈਂ ਪੜ੍ਹ ਰਿਹਾ ਸੀ, ਗੋਰਿਆਂ ਦੀ ਕਿਤਾਬ ਆ, ਸਟੋਰੀਜ਼ ਫਰੋਮ ਹੇਅਰ ਐਂਡ ਦੇਅਰ, ਦੀ ਵਨ ਸਟੋਰੀ ਕੈਨ ਚੇਂਜ ਯੂਅਰ ਲਾਈਫ। ਬਹੁਤ ਸੋਹਣੀ ਕਿਤਾਬ ਆ ਉਹਨਾਂ ਦੀ। ਇੱਕ ਕਹਾਣੀ ਉਹਨਾਂ ਨੇ ਲਿਖੀ, ਬਿਲਕੁਲ ਢੁੱਕਦੀ ਆ ਸਾਡੀਆਂ ਗੱਲਾਂ 'ਤੇ। ਇੱਕ ਕੋਈ ਮਾਲਕ ਸੀ ਅਤੇ ਉਹਨੇ ਘਰ ਦੇ ਵਿੱਚ, ਜਿਵੇਂ ਲੋਕ ਕੁੱਤੇ ਪਾਲਦੇ ਆ, ਇਸ ਤਰ੍ਹਾਂ ਰੱਖਿਆ ਸੀ ਉਸਨੇ। ਕਿਸੇ ਨੇ ਉਹਨੂੰ ਦੱਸਤਾ ਕਿ ਇੱਦਾਂ ਦਾ ਇੱਕ ਪ੍ਰੋਡਕਟ ਆਉਂਦਾ ਜਿਹੜਾ ਇਹਨਾਂ ਦੀ ਸਿਹਤ ਲਈ ਬਹੁਤ ਚੰਗਾ, ਇੱਕ ਤਰ੍ਹਾਂ ਦੀ ਦਵਾਈ ਮਿਲਦੀ ਆ। ਹੁਣ ਕਿਸੇ ਨੇ ਦੱਸਤਾ ਉਸ ਨੂੰ, ਉਹ ਜਾਣਕਾਰ ਸੀ। ਉਹ ਇੱਕ ਤਰ੍ਹਾਂ ਦਾ ਤੇਲ ਸੀ ਅਤੇ ਉਹ ਲੈ ਆਇਆ। ਉਹ ਆਪਣੇ ਕੁੱਤੇ ਨੂੰ ਧੱਕੇ ਦੇ ਨਾਲ ਜ਼ਬਰਦਸਤੀ ਪਿਆਉਣਾ ਚਾਹੁੰਦਾ ਸੀ ਤੇ ਵੀ ਇਹਦੇ ਲਈ ਸਿਹਤ ਲਈ ਚੰਗਾ। ਉਹਦਾ ਮੂੰਹ ਖੋਲ੍ਹ ਕੇ ਧੱਕੇ ਦੇ ਨਾਲ ਜ਼ਬਰਦਸਤੀ ਉਹਦੇ ਨਾਲ ਕਰਦਾ ਸੀ ਉਹ ਚੀਜ਼। ਇੱਕ ਦਿਨ ਉਹ ਕਰ ਰਿਹਾ ਸੀ ਅਤੇ ਉਹਨੇ ਦੇਖਿਆ ਕਿ ਜਦੋਂ ਮੈਂ ਜ਼ਬਰਦਸਤੀ ਕੀਤੀ ਅਤੇ ਪੀ ਨਹੀਂ ਰਿਹਾ ਇਹ, ਪਰ ਉਹ ਕੱਚ ਦੀ ਬੋਤਲ ਸੀ ਅਤੇ ਟੁੱਟ ਗਈ ਅਤੇ ਚਮਚਾ ਵੀ ਦੂਰ ਜਾ ਕੇ ਡਿੱਗ ਗਿਆ ਜਿਹਦੇ ਨਾਲ ਉਹ ਪਿਆ ਰਿਹਾ ਸੀ। ਅਤੇ ਬਾਅਦ ਵਿੱਚ ਉਹ ਕੁੱਤੇ ਨੇ ਆਪ ਆ ਕੇ ਉਹ ਚੀਜ਼ ਚੱਟਣੀ ਸ਼ੁਰੂ ਕਰਤੀ, ਜਿਹੜੀ ਉਹਦੇ ਧੱਕੇ ਦੇ ਨਾਲ ਨਹੀਂ ਸੀ ਹੋ ਰਹੀ। ਧੱਕੇ ਦੇ ਨਾਲ ਦਵਾਈ ਨਹੀਂ ਸੀ ਪੀ ਰਿਹਾ ਉਹ। ਜਦੋਂ ਬੋਤਲ ਟੁੱਟ ਗਈ, ਉਹ ਤੇਲ ਜਿਹੜਾ ਸੀ ਪੀਣ ਵਾਲਾ, ਉਹਦੀ ਖੁਰਾਕ ਜਿਹੜੀ ਸੀ ਸਿਹਤ ਵਾਸਤੇ, ਉਹ ਆਪ ਆ ਕੇ ਉਹ ਚਮਚਾ ਵੀ ਚੱਟਣ ਲੱਗ ਗਿਆ। ਫਿਰ ਉਹ ਗੋਰੇ ਨੇ ਲਿਖਿਆ, ਮੈਨੂੰ ਸਮਝ ਆਈ, ਕਈ ਚੀਜ਼ਾਂ ਅਸੀਂ ਜ਼ਬਰਦਸਤੀ ਹਉਮੈ ਜਾ ਕੇ ਕਰਨੀਆਂ ਚਾਹੁੰਦੇ ਹਾਂ। ਜਿਸ ਤਰ੍ਹਾਂ ਉਹ ਕਹਿੰਦਾ ਮੈਂ ਆਪਦੇ ਪਾਲਤੂ ਕੁੱਕਰ ਨੂੰ ਕਰਨਾ ਚਾਹਿਆ ਸੀ, ਦਵਾਈ ਧੱਕੇ ਨਾਲ ਪਿਉਣੀ ਚਾਹੀ, ਪਰ ਜਦੋਂ ਆਪਣੇ ਆਪ ਉਹਨੇ ਪੀਤੀ ਆ ਉਹ ਸਹਿਜ ਸੀ। ਉਹ ਪੀਣੀ ਚਾਹੁੰਦਾ ਸੀ, ਉਹਨੂੰ ਵੀ ਸਵਾਦ ਲੱਗਦੀ ਸੀ, ਪਰ ਪਿਆਉਣ ਦਾ ਤਰੀਕਾ ਮੇਰਾ ਸਹੀ ਨਹੀਂ ਸੀ। ਕਈ ਵਾਰ ਅਸੀਂ ਜਿਹੜੀਆਂ ਚੀਜ਼ਾਂ ਕਰਦੇ ਹਾਂ ਉਹਨਾਂ ਨੂੰ ਕਰਨ ਦਾ ਢੰਗ ਹਉਮੈ ਹੁੰਦਾ, ਠੀਕ ਨਹੀਂ ਹੁੰਦੀ। ਜਦੋਂ ਚੀਜ਼ਾਂ ਨੂੰ ਕਰਨ ਦਾ ਢੰਗ ਸਹੀ ਹੋ ਜੇ ਉਹ ਸਹੀ ਹੋਣ ਲੱਗ ਜਾਂਦੀ ਹੈ। ਬਾਣੀ ਪੜ੍ਹਨੀ ਵੀ ਕਈ ਵਾਰ ਹਉਮੈ ਬਣ ਜਾਂਦੀ ਆ ਕਿ ਮੈਂ ਇੰਨੀ ਬਾਣੀ ਪੜ੍ਹਦਾ, ਤਾਂ ਉਹ ਠੀਕ ਢੰਗ ਨਹੀਂ ਉਹਦਾ, ਤਾਂ ਉਹੀ ਹਿਸਾਬ ਆ। ਬਾਣੀ ਪੜ੍ਹਨ ਦਾ ਵੀ ਇੱਕ ਸਹਿਜ ਅਵਸਥਾ, ਤਰੀਕਾ, ਜਦੋਂ ਗੁਰੂ ਪੂਰੇ ਸਤਿਗੁਰ ਦੀਆ ਦਿਖਾਏ, ਜਦੋਂ ਗੁਰੂ ਸਾਹਿਬ ਜੀ ਦਿਖਾਉਂਦੇ ਆ ਕਿ ਇਹ ਚੀਜ਼ ਇਵੇਂ ਹੋਣੀ ਹੈ, ਉਹ ਬੰਦਾ ਉਹਨੂੰ ਸਹੀ ਕਰਦਾ। ਨਹੀਂ ਫਿਰ ਉਹ ਉਵੇਂ ਕਰਦਾ ਜਿਵੇਂ ਉਹ ਪਾਲਤੂ ਕੁੱਤੇ ਦੇ ਨਾਲ ਉਹ ਗੋਰੇ ਨੇ ਕੀਤਾ, ਧੱਕਾ, ਜ਼ਬਰ।
ਇਹ ਤਾਂ ਆਪਣਾ ਲਾਇਆ ਪਿਰਮ ਨ ਲੱਗਈ, ਜੇ ਲੋਚੈ ਸਭ ਕੋਏ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੇ ਤੇ ਦੇ। ਗੁਰੂ ਦੇ ਹੱਥ 'ਚ ਪਿਆਲਾ ਫੜਿਆ ਹੋਇਆ, ਗੁਰੂ ਅਮਰਦਾਸ ਜੀ ਸੇਖ ਫਰੀਦ ਜੀ ਨੂੰ ਕਹਿ ਰਹੇ ਆ, ਉਹਨਾਂ ਦੇ ਸ਼ਲੋਕ ਨੂੰ ਖੋਲ੍ਹ ਕੇ ਅੱਗੇ, ਕਿ ਗੁਰੂ ਦੇ ਹੱਥ 'ਚ ਸਮੱਤ ਫੜੀ ਹੋਈ ਆ, ਜੈ ਭਾਵੇ ਤੇ ਦੇ। ਜਿਹਨੂੰ ਚਾਹੂਗਾ ਉਹਨੂੰ ਦੇਊਗਾ, ਜਿਹਦੇ 'ਤੇ ਕਿਰਪਾ ਹੋਊਗੀ ਉਹਨੂੰ ਦੇਊਗਾ। ਨਹੀਂ ਬਹੁਤ ਕਤਾਰ ਵਿੱਚ ਖੜੇ ਆ ਲੈਣ ਲਈ, ਇਹ ਰਸ ਨਹੀਂ ਦਿੰਦਾ ਉਹ ਨਹੀਂ ਦਿੰਦਾ। ਇਸ ਕਰਕੇ ਸਭ ਕੁਝ ਉਹਦਾ ਕੀਤਾ ਹੋ ਰਿਹਾ। ਮੂਰਖ ਵੀ ਉਹਦੇ ਹੀ ਆ, ਕਿਉਂਕਿ ਉਹਨਾਂ ਨੂੰ ਉਹਨੇ ਮੱਤ ਨਹੀਂ ਦਿੱਤੀ, ਉਹ ਤਾਂ ਹੀ ਮੂਰਖ ਆ। ਸਿਆਣੇ ਸਿਆਣੇ ਤਾਂ ਉਹਨਾਂ ਨੂੰ ਮੱਤ ਉਹਨੇ ਦਿੱਤੀ ਆ। ਇਹ ਨਾ ਕੋ ਮੂਰਖ ਨਾ ਕੋ ਸਿਆਣਾ। ਅਸਲ ਵਿੱਚ ਕੋਈ ਮੂਰਖ ਨਹੀਂ, ਕੋਈ ਸਿਆਣਾ ਨਹੀਂ। ਵਰਤੈ ਸਭ ਕੁਛ ਤੇਰਾ ਭਾਣਾ, ਤਾਂ ਇਹ ਤੇਰਾ ਭਾਣਾ ਵਰਤ ਰਿਹਾ ਹੈ। ਤਾਂ ਇਹ ਇੱਕ ਅਵਸਥਾ ਜਦੋਂ ਆਪਾਂ ਨੂੰ ਸਮਝ ਆਉਂਦੀ ਇਹਨਾਂ ਗੱਲਾਂ ਦੀ, ਪਹਿਲਾਂ ਆਪਾਂ ਕਹਿੰਦੇ ਹਾਂ ਉਹ ਮੂਰਖ, ਉਹ ਸਿਆਣਾ, ਉਹ ਇੱਦਾਂ ਕਰਦਾ। ਜਦੋਂ ਸਾਨੂੰ ਸਮਝ ਲੱਗਦਾ ਇੱਕ ਚੀਜ਼ ਜਿਹੜੀ ਆ ਸਾਰੀ, ਜਿਵੇਂ ਕਿ ਮਾਲਾ ਦੇ ਮਣਕੇ ਆ, ਉਹ ਮਾਲਾ ਤਾਂ ਬਣੇ, ਉਹਨਾਂ ਵਿੱਚ ਇੱਕ ਰੱਸੀ ਆ, ਧਾਗਾ ਵਾ, ਧਾਗੇ ਕਰਕੇ ਮਾਲਾ ਮਾਲਾ ਵਾ। ਅਸਲ ਚੀਜ਼ ਧਾਗਾ ਹੀ ਆ। ਉਹ ਮਾਲਾ ਦੇ ਮਣਕੇ ਤਾਂ ਹੋਏ ਵਿੱਚ ਧਾਗਾ ਵਾ। ਜਦੋਂ ਸਾਰੀਆਂ ਚੀਜ਼ਾਂ ਦੇ ਪਿੱਛੇ ਅਸੀਂ ਇੱਕ ਸ਼ਕਤੀ ਨੂੰ ਮਹਿਸੂਸ ਕਰਦੇ ਹਾਂ, ਉਹ ਵਾਹਿਗੁਰੂ ਪਾਕ ਪਰਵਤਗਾਰ ਦੀ ਅਦਿੱਖ ਸ਼ਕਤੀ, ਉਦੋਂ ਬੰਦੇ 'ਚ ਤਬਦੀਲੀ ਆਉਣੀ ਸ਼ੁਰੂ ਹੁੰਦੀ ਹੈ। ਬਸ ਇਹ ਦਿਖਣਾ ਹੀ ਉਹਦੀ ਕਿਰਪਾ ਵਾ, ਪੂਰਾ ਸਤਿਗੁਰ ਦੀਆ ਦਿਖਾਏ। ਬਸ ਜਦੋਂ ਗੁਰੂ ਸਾਹਿਬ ਜੀ ਦਿਖਾਉਂਦੇ ਆ ਸ਼ੀਸ਼ਾ, ਤਾਂ ਉਦੋਂ ਬਸ ਸਮਝ ਆਉਂਦੀ ਆ ਕਿ ਇਹ ਜ਼ਿੰਦਗੀ ਜਿਹੜੀ ਆ, ਇਹ ਜਿਹੜੀ ਮਿਲੀ ਹੋਈ ਆ, ਮੈਂ ਨਹੀਂ ਕੁਝ ਕਰ ਰਿਹਾ, ਉਹ ਕਰਾ ਰਿਹਾ। ਅਸਲ ਵਿੱਚ ਅਸੀਂ ਸਾਰੇ ਵਾਜੇ ਹਾਂ, ਸਾਜ਼ ਹਾਂ। ਸਾਜ਼ ਕਦੇ ਵੀ ਆਪ ਨਹੀਂ ਵੱਜਦੇ ਹੁੰਦੇ। ਸਾਜ਼ ਆਪਾਂ ਲਿਆ ਕੇ ਰੱਖ ਦਈਏ, ਹਾਰਮੋਨੀਅਮ, ਤਬਲਾ, ਸਰੰਦਾ, ਦਿਲਰੂਬਾ, ਸਰੰਗੀ, ਢੱਡ, ਕੋਈ ਵੀ ਸਾਜ਼ ਆ, ਸਾਜ਼ ਕਦੇ ਵੀ ਆਪ ਨਹੀਂ ਵੱਜਦੇ। ਸਾਜ਼ਾਂ ਨੂੰ ਵਜਾਉਣ ਵਾਲਾ ਚਾਹੀਦਾ ਹੈ। ਤਾਂ ਨਾਨਕ ਵੱਜਦਾ ਜੰਤ ਵਜਾਇਆ। ਦੁਨੀਆ ਦੇ ਲੋਕ ਉਹ ਵਾਜੇ ਆ ਜਿਹੜੇ ਵਜਾਏ ਹੋਏ ਵੱਜ ਰਹੇ ਆ। ਵੱਜਦਾ ਜੰਤ ਵਜਾਇਆ, ਆਪ ਨਹੀਂ ਕੋਈ ਵੱਜ ਰਿਹਾ। ਇਸ ਕਰਕੇ ਹਾਰਮੋਨੀਅਮ ਜੇ ਕਵੇ ਮੈਂ ਆਪ ਵੱਜ ਰਿਹਾ, ਉਹਦੀ ਭੁੱਲ ਆ। ਤਬਲਾ ਜੇ ਕਵੇ ਮੈਂ ਧੁਨ ਪੈਦਾ ਕਰ ਰਿਹਾ, ਉਹਦੀ ਭੁੱਲ ਆ। ਇਹ ਚੀਜ਼ਾਂ ਬਹੁਤ ਜਾ ਕੇ ਅੱਗੇ ਗੈਰ ਗੰਭੀਰ ਹੋ ਜਾਂਦੀਆਂ। ਤਾਂ ਇਹ ਸਾਰੀਆਂ ਚੀਜ਼ਾਂ ਹਉਮੈ ਵਿੱਚੋਂ ਨਿਕਲਦੀਆਂ ਨੇ। ਆਪਾਂ ਕਹਿੰਦੇ ਦਾਨ ਕੀਤਾ, ਇੱਥੇ ਕਹਤਾ ਦਾਨ ਮੈਂ ਕੀਤਾ, ਬਸ ਉਹ ਸਮਝ ਲਓ ਹਾਰਮੋਨੀਅਮ ਕਹਿ ਰਿਹਾ ਮੈਂ ਖੁਦ ਵੱਜਿਆ, ਪਰ ਉਹਨੂੰ ਪਤਾ ਨਹੀਂ ਤੈਨੂੰ ਵਜਾਉਣ ਵਾਲਾ ਕੋਈ ਹੋਰ ਆ, ਤੇਰਾ ਪੱਖਾ ਮਾਰਨ ਵਾਲਾ ਕੋਈ ਹੋਰ ਆ। ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ। ਤੇਰਾ ਸਾਹਾਂ ਦਾ ਬਾਜਾ ਵੱਜਿਆ, ਉਹਨੇ ਮਾਲਕ ਨੇ ਵਜਾਇਆ ਪੱਖਾ, ਤਾਂ ਤੂੰ ਦਾਨ ਕਰ ਸਕਿਆ। ਮੈਂ ਬਾਣੀ ਪੜ੍ਹੀ ਇੰਨੀ, ਇਸ ਕਰਕੇ ਜੇ ਸਾਹਾਂ ਦਾ ਬਾਜਾ ਵੱਜਿਆ ਤਾਂ ਤੂੰ ਕੀਤਾ। ਤਾਂ ਦਾਨ ਵੀ ਮੈਲਾ ਹੋ ਜਾਂਦਾ ਕਈ ਵਾਰ। ਹਉਮੈ ਵਾਲੇ ਬੰਦੇ ਦਾ ਦਾਨ ਵੀ ਮੈਲਾ, ਅਤੇ ਬਾਣੀ ਪੜ੍ਹੀ ਵੀ ਉਹਦੀ ਮੈਲੀ ਆ, ਮਾਫ ਕਰਨ, ਅਤੇ ਉਹਦਾ ਗੁਰਦੁਆਰੇ ਆਉਣਾ ਵੀ ਮੈਲਾ ਹੀ ਆ। ਜੇ ਉਹ ਕਹਿ ਰਿਹਾ ਵੀ ਮੈਂ ਆ ਰਿਹਾ, ਬਸ ਮੈਂ ਹੀ ਇੱਕ ਆਪਾਂ ਕਹਿ ਸਕਦੇ ਹਾਂ ਸਾਰੀਆਂ ਬਦੀਆਂ ਦੀ ਜੜ ਹੈ। ਤੂੰ ਸਾਰੀਆਂ ਨੇਕੀਆਂ ਦਾ ਰਾਹ ਹੈ। ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਅੱਗੇ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਆ, ਏਕ ਅਚਰਜ ਜਨ ਦੇਖੋ ਭਾਈ, ਦੁਬਦਾ ਮਾਰ ਹਰ ਮਨ ਵਸਾਈ। ਕਹਿੰਦੇ ਹੈਰਾਨੀ ਕਰਨ ਵਾਲੀ ਗੱਲ ਤਾਂ ਇਹ ਆ, ਇਹਨੂੰ ਭਗਤ ਜੀ ਕਹਿੰਦੇ ਆ ਕਿ ਉਹ ਪੰਡ ਜਿਹੜੀ ਮੇਰੇ ਸਿਰ ਤੋਂ ਲਹਿੰਦੀ ਨਹੀਂ ਸੀ। ਜਿਵੇਂ ਕਿ ਉਹ ਗੋਰਾ ਕਹਿੰਦਾ ਕਿ ਮੈਂ ਕੁੱਤੇ ਨੂੰ ਦਵਾਈ ਧੱਕੇ ਨਾਲ ਪਿਵਾ ਰਿਹਾ ਸੀ, ਉਹਦੀ ਖੁਰਾਕ ਲੈ ਨਹੀਂ ਸੀ ਰਿਹਾ। ਮੈਂ ਸਿਰ ਤੋਂ ਪੰਡ ਲਾ ਰਿਹਾ ਸੀ, ਮੋਹ ਦੀ ਲਹਿੰਦੀ ਨਹੀਂ ਸੀ। ਮੇਰੇ ਲਿਆ ਨਹੀਂ ਲਾਈ, ਸਾਈਂ ਮੇਰਾ ਚੰਗਾ ਕੀਤਾ, ਮੇਰੇ ਰੱਬ ਨੇ ਚੰਗਾ ਕੀਤਾ। ਉਹ ਪੰਡ ਤਾਰਤੀ ਸਿਰ ਤੋਂ ਮੇਰੇ,
ਨਹੀਂ ਤਾਂ ਹੰਪੀ ਡੰਜਾਂਗੇ, ਨਹੀਂ ਤਾਂ ਮੈਂ ਵੀ ਲੋਕਾਂ ਵਰਗਾ ਹੋਣਾ ਸੀ। ਸ਼ੇਖ ਫਰੀਦ ਜੀ ਕਹਿੰਦੇ ਨਹੀਂ ਮੈਂ ਵੀ ਇਹਨਾਂ ਵਰਗਾ ਹੋਣਾ ਸੀ ਜੇ ਮੇਰਾ ਸਾਈਂ, ਮੇਰਾ ਅੱਲਾ ਉਹ ਪੰਡ ਨਾ ਮੇਰੇ ਸਿਰ ਤੋਂ ਲਾਉਂਦਾ, ਮੇਰਾ ਹਾਲ ਵੀ ਹੋਣਾ ਸੀ। ਗੁਰ ਪ੍ਰਸਾਦ ਵਸੈ ਮਨ ਆਏ, ਦੁਬਦਾ ਮਾਰ ਹਰ ਮਨ ਵਸਾਈ। ਗੁਰੂ ਨੇ ਦੁਬਦਾ ਮਾਰੀ ਆ, ਇਸ ਮਾਰੀ ਬਿਨ ਜਨਮ ਨ ਮਿਟੈ। ਗੁਰ ਦੁਬਦਾ ਜਾਂ ਕੀ ਹੈ ਮਾਰੀ, ਕਹੋ ਨਾਨਕ ਕੋ ਤਤ ਵਿਚਾਰੀ। ਦੁਬਦਾ ਮਰੇ ਤੋਂ ਹੀ ਬੰਦੇ ਨੂੰ ਇੱਕ ਦੀ ਸਮਝ ਆਉਂਦੀ ਹੈ। ਜਿਹੜਾ ਬੰਦਾ ਦੋ ਗੱਲਾਂ 'ਚ ਪਿਆ ਹੋਇਆ, ਤਿੰਨਾਂ 'ਚ ਸੋਚਾਂ 'ਚ ਪਿਆ, ਉਹ ਇੱਕ ਨਾਲ ਨਹੀਂ ਜੁੜ ਸਕਦਾ। ਗੁਰੂ ਨੇ ਦੁਬਦਾ ਮਾਰੀ ਆ, ਜਾਂ ਇਵੇਂ ਕਹਿ ਲਓ ਦੁਬਦਾ ਦੀ ਪੰਡ ਮੇਰੇ ਸਿਰ 'ਤੇ ਸੀ, ਮੈਂ ਲਾ ਰਿਹਾ ਸੀ, ਉਹ ਲੈ ਨਹੀਂ ਸੀ ਰਹੀ। ਗੁਰੂ ਨੇ ਬਸ ਤਾਰ ਕੇ ਪਾਸੇ ਰੱਖੀ ਆ। ਬਸ ਇਹੀ ਮੈਨੂੰ ਪੂਰਾ ਸਤਿਗੁਰ ਦੀਆ ਦਿਖਾਏ। ਉਸ ਤੋਂ ਬਾਅਦ ਕੀ ਹੋਇਆ? ਸਭ ਮੈਂ ਵਸੈ ਪ੍ਰਭ ਏਕੋ ਸੋਏ। ਹੁਣ ਪਤਾ ਲੱਗਾ ਇੱਕ ਹੀ ਆ ਸਭ। ਇਹ ਜੈਡ ਨਾਲ ਜੁੜੀ ਹੋਈ ਆ, ਜੈਡ ਏ ਨਾਲ, ਬੀ ਡੀ ਨਾਲ, ਡੀ ਬੀ ਨਾਲ, ਕੋਈ ਵੀ ਆਪਾਂ ਵੱਖ ਨਹੀਂ। ਰੁੱਖ ਆਪਣੇ ਨਾਲ ਜੁੜੇ, ਅਸੀਂ ਰੁੱਖਾਂ ਨਾਲ ਜੁੜੇ ਹਾਂ। ਇੱਦਾਂ ਇੱਕ ਇੱਕ ਚੀਜ਼ ਸਾਡੇ ਨਾਲ ਜੁੜੀ, ਧਰਤੀ ਸਾਡੇ ਨਾਲ ਜੁੜੀ, ਅਸੀਂ ਧਰਤੀ ਨਾਲ ਜੁੜੇ ਹਾਂ। ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ, ਇੱਕ ਹੀ ਆ। ਤਾਂ ਸਭ ਮੈਂ ਵਸੈ ਪ੍ਰਭ ਏਕੋ ਸੋਏ। ਧਰਤੀ ਨੂੰ ਬਣਾਉਣ ਵਾਲਾ ਉਹ ਆ, ਉਹੀ ਦਿਖਿਆ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਉਹਨੂੰ ਦੁਬਦਾ ਦੂਰ ਹੋਈ ਆ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਇਹ ਕਿਵੇਂ ਹੋ ਗਿਆ? ਗੁਰਮਤੀ ਘਟ ਪ੍ਰਗਟ ਹੋਏ। ਗੁਰੂ ਦੀ ਮੱਤ ਉਹੀ, ਗੁਰੂ ਦੇ ਹੱਥ 'ਚ ਪਿਆਲਾ ਫੜਿਆ ਹੋਇਆ ਸਮੱਤ ਦਾ। ਜਦੋਂ ਉਹਨੇ ਮੈਨੂੰ ਦੇਤਾ ਉਦੋਂ ਮੈਂ ਸਾਰੀ ਗੱਲ ਸਮਝ ਲਈ, ਪਛਾਣ ਲਈ। ਇਸ ਤੋਂ ਪਹਿਲਾਂ ਮੈਂ ਦਾ ਤੱਕ ਗਲਾ ਕਟੇਂਦਾ, ਇੱਕ ਨਿਕੜੀ ਜਿੰਦ ਮੈਂ ਨਾ ਬੋਲੀ। ਕੁੱਲ ਕਹਿਆ ਕੁੱਲ ਆਲਮ ਹੋਇਆ, ਹੁਕਮ ਹੋਇਆ ਕੁਝ ਗਾਓ। ਆਪੋ ਆਪਣੀ ਬੋਲੀ ਵਿੱਚ ਦਿਲ ਦਾ ਹਾਲ ਸੁਣਾਓ। ਇੱਕ ਦਿਨ ਰੱਬ ਨੇ ਇੱਕ ਸਭਾ ਸਜਾਈ, ਸਾਰੇ ਪੰਛੀ ਇਕੱਠੇ ਹੋਏ, ਜਨੌਰ, ਛੋਟੇ ਛੋਟੇ ਬੋਟ, ਜਾਨਵਰ, ਮਨੁੱਖ ਵੀ। ਪਰਮਾਤਮਾ ਕਹਿਣ ਲੱਗਾ ਸਾਰੇ ਆਪਦੀ ਬੋਲੀ 'ਚ ਕੁਝ ਸੁਣਾ ਦਿਓ ਮੈਨੂੰ। ਕੁੱਲ ਕਹਿਆ ਕੁੱਲ ਆਕਮ ਹੋਇਆ, ਹੁਕਮ ਹੋਇਆ ਕੁਝ ਗਾਓ। ਆਪੋ ਆਪਣੀ ਬੋਲੀ ਵਿੱਚ ਦਿਲ ਦਾ ਹਾਲ ਸੁਣਾਓ। ਇਹ ਸੁਣ ਇੱਕ ਬੱਕਰੇ ਨੇ ਮੈਂ ਕੀਤੀ, ਇਹ ਸੁਣ ਇੱਕ ਬੱਕਰੇ ਨੇ ਮੈਂ ਕੀਤੀ। ਸਭ ਤੋਂ ਪਹਿਲਾਂ ਬੱਕਰਾ ਹੀ ਬੋਲਿਆ ਉੱਥੇ। ਉਹਨੂੰ ਬਾਹਲੀ ਸੀਗੀ ਕਿ ਮੈਂ ਹੀ ਅੱਗੇ ਹੋ ਜਾ। ਜਿਹੜੇ ਬੰਦੇ ਨੂੰ ਕਹਿੰਦੇ ਵੱਡੇ ਦਿਮਾਗ ਟਕਰਾਏ ਬਿਨਾਂ ਨਹੀਂ ਰਹਿ ਸਕਦੇ। ਹਉਮੈ ਵਾਲਾ ਜਿਹੜਾ ਦਿਮਾਗ ਹੋਊਗਾ ਉਹਨੇ ਕਿਸੇ ਨੇ ਐਕਸੀਡੈਂਟ ਹੋਣਾ ਹੀ ਹੋਣਾ ਉਹਦਾ। ਜੀ ਜਿਹੜੇ ਬੰਦੇ 'ਚ ਹਉਮੈ ਆ ਉਹਦਾ ਐਕਸੀਡੈਂਟ ਹੋਣਾ ਹੀ ਹੋਣਾ। ਉਹਨੇ ਕਿਸੇ ਨਾਲ ਲੜਾਈ ਲੈਣੀ ਆ। ਇਸ ਕਰਕੇ ਉਹ ਬੱਕਰਾ ਹੀ ਪਹਿਲਾਂ ਬੋਲਿਆ। ਤੇ ਉਹ ਕਹਿੰਦੇ ਸਭ ਤੋਂ ਪਹਿਲਾਂ ਫਿਰ ਇਹਦੇ 'ਤੇ ਛੁਰੀ ਟਿਕਾਓ। ਇਹ ਸੁਣ ਇੱਕ ਨਿਕੜੀ ਜਿੰਦ ਮੈਂ ਨਾ ਬੋਲੀ। ਮੈਂ ਦਾ ਤੱਕ ਗਲਾ ਟਕੇਂਦਾ। ਜਦੋਂ ਮੈਂ ਦਾ ਗਲਾ ਵੱਢਣ ਲੱਗੇ ਉਦੋਂ ਇੱਕ ਛੋਟਾ ਜਿਹਾ ਪੰਛੀ ਸੀ ਉੱਥੇ ਬਿਲਕੁਲ। ਉਹਨੇ ਆਖਿਆ ਮੈਂ ਨਾ ਕੁਝ ਵੀ ਨਹੀਂ। ਉਹਨੇ ਉਦੋਂ ਉੱਥੋਂ ਸਿੱਖਿਆ ਲਈ ਕਿ ਮੈਂ ਸਭ ਤੋਂ ਪਹਿਲਾਂ ਵੱਢੀ ਜਾਂਦੀ ਆ ਗੁਰੂ ਦੇ ਦਰਬਾਰ ਵਿੱਚ। ਇੱਕ ਕਹਾਣੀ ਆ ਸਮਝਾਉਣ ਲਈ ਪਰਮਾਤਮਾ ਦੀ ਕਿ ਜਦੋਂ ਮੈਂ ਕੋਈ ਕਰਦਾ ਉਹਦੀ ਜਿਹੜੀ ਗੁਣ ਆ ਉਹਦੇ ਕੱਟੇ ਜਾਂਦੇ ਆ, ਗਲ ਜਾਂਦੇ ਗੁਣ ਉਹਦੇ। ਤਾਂ ਬੱਕਰੇ ਦਾ ਗਲਾ ਪਹਿਲਾਂ ਹੀ ਵੱਢਿਆ ਜਾਂਦਾ ਮੈਂ ਕਰਦਾ। ਉਹ ਨਿਕੜੀ ਜਿੰਦ ਮੈਂ ਨਾ ਬੋਲੀ। ਉਹ ਫਿਰ ਰੱਬ ਨੇ ਉਹਨੂੰ ਗੋਦੀ 'ਚ ਚੁੱਕ ਲਿਆ। ਕਹਿੰਦੇ ਅਸਲ ਭਗਤ ਤੂੰ ਆ, ਜਿਹਨੇ ਸਮਝ ਲਿਆ ਵੀ ਸਭ ਕੁਝ ਹੋ ਰਿਹਾ, ਮੈਂ ਨਹੀਂ ਕਰ ਰਿਹਾ। ਤਾਂ ਇਹ ਗੱਲਾਂ ਨੇ ਜੋ ਰੋਜ਼ਾਨਾ ਸਾਖੀ ਸੁਣਦੇ ਹੋ ਆਪ ਜੀ ਉਹ ਸਰਵਣ ਕਰੋ। ਭਾਈ ਮਰਦਾਨਾ ਜੀ ਜਦੋਂ ਏਮਨਾਬਾਦ ਤੋਂ ਗੁਰੂ ਨਾਨਕ ਸਾਹਿਬ ਜੀ ਤਾਂ ਭਾਈ ਲਾਲੋ ਜੀ ਕੋਲ ਰਹੇ ਆ ਲਗਭਗ 1 ਮਹੀਨਾ। ਤੇ ਭਾਈ ਮਰਦਾਨਾ ਜੀ ਰਾਏ ਭੋਏ ਦੀ ਤਲਵੰਡੀ ਪਹੁੰਚ ਗਏ। ਪਿਤਾ ਜੀ ਫਿਰ ਉਹਨਾਂ ਨੂੰ ਖੂਬ ਝੜਕਦੇ ਆ, ਕਹਿੰਦੇ ਤੂੰ ਮੇਰੇ ਪੁੱਤਰ ਨੂੰ ਅਵਤਾਰ ਕਹਿੰਦਾ, ਉਹ ਨਲਾਇਕ ਆ। ਨਾਲੇ ਰੋ ਪੈਂਦੇ ਆ, ਮਹਿਤਾ ਕਾਲੂ ਜੀ ਰੋ ਪੈਂਦੇ ਨੇ। ਕਹਿੰਦੇ 760 ਰੁਪਈਏ ਗਵਾਏ ਆ ਉਹਨੇ। ਪਹਿਲਾਂ 20 ਰੁਪਈਏ, ਮੱਝਾਂ ਨਹੀਂ ਚਰਾਈਆਂ ਸਹੀ ਢੰਗ ਨਾਲ। ਸਭ ਕੁਝ ਜੋ ਹੋਇਆ, ਪੜ੍ਹਨ ਗਿਆ ਪੜ੍ਹਿਆ ਨਹੀਂ, ਮੌਲਵੀ ਕੋਲ ਪਾਂਧੇ ਕੋਲ ਭੇਜਿਆ। ਤੂੰ ਉਹਨੂੰ ਅਵਤਾਰ ਦੱਸਦਾ, ਤੁਸੀਂ ਇੱਕੋ ਹੀ ਹੋ ਸਾਰੇ। ਰੋ ਪੈਂਦੇ ਆ ਕਹਿ ਕੇ। ਰਾਏ ਬਲਾਰ ਨੂੰ ਕਹਿੰਦੇ ਆ ਕਿ ਉਹ ਹੁਣ ਏਮਨਾਬਾਦ ਰਹਿੰਦਾ ਵਾ, ਉੱਥੇ ਫਕੀਰੀ ਵਾਲਾ ਚੋਲਾ ਪਾ ਲਿਆ
ਮੋਦੀਖਾਨਾ ਛੱਡਤਾ, ਰੋਈ ਜਾਂਦੇ ਆ। ਗੁਰੂ ਨਾਨਕ ਸਾਹਿਬ ਦੇ ਅਨੰਨ ਭਗਤ ਰਾਏ ਬਲਾਰ ਭਾਈ ਮਰਦਾਨਾ ਜੀ ਨੂੰ ਕੋਲ ਬੁਲਾਉਂਦੇ ਆ, ਕਹਿੰਦੇ ਸਾਹਿਬ ਦਾ ਕੀ ਹਾਲ ਆ। ਇੱਥੇ ਰਾਏ ਬਲਾਰ ਜੀ ਬਹੁਤ ਬਿਰਧ ਹੋ ਗਏ ਸੀਗੇ, ਅੱਖਾਂ ਦੀ ਜੋਤ ਉਹਨਾਂ ਦੀ ਕਮਜ਼ੋਰ ਹੋ ਚੁੱਕੀ ਆ, ਤੁਰ ਨਹੀਂ ਸਕਦੇ ਹੁਣ ਉਹ ਜ਼ਿਆਦਾ, ਬਹੁਤ ਬਿਰਧ ਹੋ ਗਏ ਰਾਏ ਬਲਾਰ ਜੀ। ਕਹਿੰਦੇ ਮੇਰੇ ਸਾਹਿਬ ਦਾ ਕੀ ਹਾਲ। ਫਿਰ ਦੱਸਿਆ, ਕਹਿੰਦੇ ਉਹ ਲਾਲੋ ਜੀ ਦੇ ਘਰੇ ਰਹਿ ਰਹੇ ਆ, ਉਹ ਗਰੀਬ ਆ, ਕੋਈ ਸਿੱਖ ਆ, ਉਹਦੇ ਘਰੇ ਪ੍ਰਸ਼ਾਦਾ ਛਕਦੇ ਆ, ਅੱਖਾਂ ਮੀਟ ਕੇ ਬੈਠੇ ਰਹਿੰਦੇ ਆ, ਇਹ ਉਹਨਾਂ ਦਾ ਹਾਲ ਆ। ਕਹਿੰਦੇ ਮੇਰਾ ਸੁਨੇਹਾ ਇੱਕ ਦੇ ਦੀ ਜਾ ਕੇ, ਕਿਰਪਾ ਕਰੀ ਮਰਦਾਨਿਆ, ਮੈਂ ਹੁਣ ਚੱਲਣ ਜੋਗਾ ਨਹੀਂ, ਮੈਂ ਚਾਹੁੰਦਾ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਹੋ ਜਾਣ। ਇੱਥੇ ਉਹਨਾਂ ਮੰਗੀ ਹੈ ਮੰਗ। ਕਹਿੰਦੇ ਬਹੁਤ ਸਮਾਂ ਹੋ ਗਿਆ, ਸਿੱਖ ਬਣੀ ਹੋਈ ਹੈ। ਭਾਈ ਮਰਦਾਨਾ ਜੀ ਕਹਿੰਦੇ ਮੈਂ ਇਕੱਲਾ ਜਾਵਾਂ, ਇਸ ਤੋਂ ਵਧੀਆ ਇਹ ਗੱਲ ਆ ਭਾਈ ਬਾਲੇ ਨੂੰ ਮੇਰੇ ਨਾਲ ਭੇਜੋ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸੁਣਾ ਰਹੇ ਆ ਗਾਥਾ। ਕਹਿੰਦੇ ਫਿਰ ਮੈਨੂੰ ਸੁਨੇਹਾ ਭੇਜਿਆ, ਸੈਨਿਕ ਆਏ, ਕਹਿਣ ਲੱਗੇ ਕਿ ਤੁਹਾਨੂੰ ਰਾਏ ਬਲਾਰ ਜੀ ਸੱਦਦੇ ਆ। ਮੈਂ ਗਿਆ ਉੱਥੇ, ਮੈਨੂੰ ਆਖਿਆ ਕਿ ਤੂੰ ਗੁਰੂ ਨਾਨਕ ਸਾਹਿਬ ਕੋਲ ਮਰਦਾਨੇ ਦੇ ਨਾਲ ਚੱਲਿਆ ਜਾ ਤੇ ਜਾ ਕੇ ਕਿਰਪਾ ਕਰ, ਮੇਰਾ ਸੁਨੇਹਾ ਦੇ, ਇਹ ਨਾ ਹੋਵੇ ਸਰੀਰ ਦੀ ਠੀਕਰੀ ਭੱਜ ਜੇ, ਟੁੱਟ ਜੇ, ਇਹ ਚੋਲਾ ਜਿਹੜਾ ਮੈਂ ਛੱਡਾਂ, ਇਸ ਤੋਂ ਪਹਿਲਾਂ ਮੈਨੂੰ ਦਰਸ਼ਨ ਕਰਵਾ ਗੁਰੂ ਨਾਨਕ ਸਾਹਿਬ ਦੇ, ਜਾ ਕੇ ਮੇਰੀ ਬੇਨਤੀ ਕਹਿ ਦਿਓ। ਤਾਂ ਬਹੁਤ ਅੰਦਰੋਂ ਤੜਫ ਕੇ ਇਹ ਗੱਲ ਨਿਕਲੀ। ਫਿਰ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਇਕੱਠੇ ਹੁੰਦੇ ਆ ਇੱਥੇ ਤੇ ਏਮਨਾਬਾਦ ਜਾਂਦੇ ਆ। 7 ਦਿਨ ਉਹਨਾਂ ਨੂੰ ਲੱਗੇ ਪਹੁੰਚਣ ਦੇ ਵਿੱਚ। ਉੱਥੇ ਬਹੁਤ ਤੇਜ਼ੀ ਜਾਂਦੇ ਆ ਕਿ ਰਾਏ ਬਲਾਰ ਜੀ ਦਾ ਸੁਨੇਹਾ ਲੈ ਕੇ ਜਾਣਾ। ਇਸ ਤਰ੍ਹਾਂ ਉੱਥੇ ਪਹੁੰਚ ਜਾਂਦੇ ਆ। ਅੱਗੇ ਜਿਵੇਂ ਜਾ ਕੇ ਸੁਨੇਹਾ ਦਿੱਤਾ, ਅੱਗੇ ਤੁਸੀਂ ਸਰਵਣ ਕਰੋਗੇ ਗੁਰੂ ਪਿਆਰਿਓ। ਸੋ ਇਹ ਬਾਬੇ ਦੀਆਂ ਅਕਥ ਕਹਾਣੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ, ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਜੀਵਨ ਵਾਲੇ ਬਣੀਏ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ, ਜੀਓ ਪਿੰਡਾ ਸਭ, ਤਉ ਬਾਤ ਪਿਤਾ